ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਖਬਰਾਂ ਦੇ ਇਸ ਪ੍ਰੋਗਰਾਮ ਮੁੱਦਾ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਚੋਣਵੀਆਂ ਖਬਰਾਂ, ਉਹਨਾਂ ਦੀ ਸੁਰਖੀਆਂ ਔਰ ਕਿਸੇ ਖਾਸ ਮੁੱਦੇ 'ਤੇ ਜਿਹੜਾ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਬਲਕਿ ਅੱਜ ਜਿਹੜਾ ਮੁੱਦਾ ਅਸੀਂ ਛੋਹਾਂਗੇ ਉਹ ਕਾਫੀ ਗੰਭੀਰ ਹੈ ਔਰ ਹਰ ਕਿਸੇ ਨੂੰ ਇਸ ਤੋਂ ਦੋ ਚਾਰ ਹੋਣਾ ਪੈਂਦਾ ਹੈ ਔਰ ਸਾਡੀ ਸਾਰੀ ਪਰੰਪਰਾ, ਸਾਡਾ ਸਮਾਜ, ਸਾਡਾ ਪਰਿਵਾਰ, ਹਰ ਚੀਜ਼ ਇਸ ਦੇ ਉੱਤੇ ਟਿਕਿਆ ਹੋਇਆ ਹੈ ਔਰ ਅਗਰ ਇਸ ਦੇ ਵਿੱਚ ਜ਼ਰਾ ਜਿੰਨੀ ਵੀ ਤਰੇੜ ਆ ਜਾਏ ਤਾਂ ਇਹ ਬਹੁਤ ਹੀ ਗੰਭੀਰ ਔਰ ਘਾਤਕ ਹੋ ਸਕਦਾ ਹੈ। ਉਸ ਦੇ ਉੱਤੇ ਸਾਡੀ ਕੋਸ਼ਿਸ਼ ਹੋਏਗੀ ਪੰਜਾਬ ਤੋਂ ਜੇ ਸਾਡੇ ਨਾਲ ਸਾਡੇ ਵਿਸ਼ੇਸ਼ ਸਤਿਕਾਰਯੋਗ ਮਹਿਮਾਨ ਅਗਰ ਜੁੜ ਸਕੇ, ਉਹਨਾਂ ਨਾਲ ਗੱਲ ਕਰਾਂਗੇ। ਅਤੇ ਜਿਵੇਂ ਫਾਰਮੈਟ ਹੈ, ਜਿਵੇਂ ਅਸੀਂ ਗੱਲਬਾਤ ਕਰਦੇ ਹਾਂ, ਸੁਰਖੀਆਂ, ਕੁਝ ਚੋਣਵੀਆਂ ਸੁਰਖੀਆਂ ਉਹ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਕਿ ਸਾਡੇ ਨਾਲ ਤਾਲੁਕ ਰੱਖਦੀਆਂ ਹਨ। ਖਬਰਾਂ ਤਾਂ ਬਹੁਤ ਹੁੰਦੀਆਂ ਹਨ ਪਰ ਅਸੀਂ ਸਿਰਫ ਦੋ ਚਾਰ ਸੁਰਖੀਆਂ ਹੀ ਆਪ ਨਾਲ ਸਾਂਝੀਆਂ ਕਰ ਸਕਦੇ ਹਾਂ। ਸਭ ਤੋਂ ਪਹਿਲੀ ਪੰਥਕ ਹਲਕਿਆਂ ਦੇ ਵਿੱਚ ਪੰਜਾਬ ਦੇ ਨਾਲ ਜਿਸ ਦਾ ਤਾਲੁਕ ਹੈ, ਉਹ ਖਬਰ ਬੜੀ ਗੰਭੀਰਤਾ ਔਰ ਤਫਤੀਸ਼ ਦੇ ਨਾਲ ਸੁਣੀ ਜਾਏਗੀ ਔਰ ਉਹ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਸਜ਼ਾਏ ਮੌਤ ਨੂੰ, ਜਿਹੜੀ ਇੱਕ ਰਹਿਮ ਦੀ ਅਪੀਲ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇ ਕੋਲ, ਜਿਹੜੀ ਉਹਨਾਂ ਦੇ ਕੋਲ ਪਈ ਸੀ ਔਰ ਪਿਛਲੇ 8 ਸਾਲ ਤੋਂ ਪਈ ਸੀ, ਉਹ ਉਹਨਾਂ ਨੇ ਅੱਜ ਖਾਰਿਜ ਕਰ ਦਿੱਤੀ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਰਸਤੇ ਦੇ ਵਿੱਚ ਇਹ ਜਿਹੜੀ ਇੱਕ ਰੁਕਾਵਟ ਸੀ ਜਾਂ ਜਿਹੜੀ ਆਸ ਦੀ ਕਿਰਨ ਸੀ, ਉਹ ਸਮਾਪਤ ਹੋ ਗਈ ਲੱਗਦੀ ਹੈ। ਪਰ ਪਤਾ ਨਹੀਂ, ਕਾਨੂੰਨ ਬਹੁਤ ਲੰਬਾ ਹੈ, ਕਾਨੂੰਨ ਦੀਆਂ ਉਲਝਣਾਂ ਬਹੁਤ ਵੱਡੀਆਂ ਹਨ, ਉਸ ਦੀਆਂ ਆਪਣੀਆਂ ਪਰੇਸ਼ਾਨੀਆਂ ਹੁੰਦੀਆਂ ਹਨ, ਆਪਣੀਆਂ ਇੰਪਲੀਕੇਸ਼ਨਸ ਹੁੰਦੀਆਂ ਹਨ। ਪਰ ਫਿਲਹਾਲ ਜੋ ਲੱਗਦਾ ਹੈ, ਕਿਉਂਕਿ ਸਭ ਤੋਂ ਉੱਚੀ ਜੋ ਇੱਕ ਅਥਾਰਟੀ ਹੈ, ਸਭ ਤੋਂ ਉੱਚ ਕੋਟੀ ਦੀ ਜਾਂ ਉੱਚ ਜਿਹੜੀ ਇਸ ਦੇ ਲਈ ਨਿਪਟਾਰਾ ਕਰ ਸਕਦੀ ਤਾਕਤ ਸੀ, ਉਹ ਸੀ ਭਾਰਤ ਦੇ ਰਾਸ਼ਟਰਪਤੀ ਦੀ ਔਰ ਉਹਨਾਂ ਵੱਲੋਂ ਇਹ ਰਹਿਮ ਦੀ ਅਪੀਲ ਖਾਰਿਜ ਕਰ ਦੇਣ ਦੇ ਨਾਲ ਮਾਮਲਾ ਕਾਫੀ ਸੰਗੀਨ ਹੋ ਗਿਆ। ਬੜੀ ਇਹ ਸੂਚਨਾ, ਇਸ ਦੇ ਵਿੱਚ ਕਈ ਉਤਾਰ ਚੜ੍ਹਾਅ, ਕਈ ਕੁਛ ਆਏ ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਸੇ ਮਹੀਨੇ ਦੀ 23 ਤਾਰੀਖ ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਗਈ ਕਿ ਪ੍ਰੋਫੈਸਰ ਭੁੱਲਰ ਸਾਹਿਬ ਨੂੰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ 8 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਉਹਨਾਂ ਦੀ ਰਹਿਮ ਦੀ ਅਪੀਲ, ਰਹਿਮ ਦੀ ਅਰਜ਼ੀ, ਉਹ ਅਜੇ ਤੱਕ ਉਸ ਦਾ ਨਿਰਣਾ ਨਹੀਂ ਹੋਇਆ। ਸੁਪਰੀਮ ਕੋਰਟ ਨੇ ਜਸਟਿਸ, ਮਾਨਯੋਗ ਜਸਟਿਸ GS ਸਿੰਘਵੀ ਅਤੇ ਮਾਨਯੋਗ ਜਸਟਿਸ ਚੰਦਰਮੌਲੀ ਕੁਮਾਰ ਪ੍ਰਸਾਦ, ਇਹਨਾਂ ਦੋਹਾਂ ਦੀ ਪੀਠ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ ਦੱਸੋ ਕਿ ਇਹ ਕਿਉਂ ਹੈ। ਉਹਨਾਂ ਨੇ 23 ਤਰੀਕ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਔਰ ਅੱਜ ਰਾਸ਼ਟਰਪਤੀ ਨੇ ਉਹ ਅਪੀਲ ਦੀ ਅਰਜ਼ੀ ਦੇ ਉੱਤੇ ਨਿਰਣਾ ਦਿੰਦਿਆਂ ਉਸ ਨੂੰ ਠੁਕਰਾ ਦਿੱਤਾ। ਇੱਕ ਹੋਰ ਬੜੀ ਇਸ ਦੇ ਵਿੱਚ ਅਜੀਬ ਗੱਲ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਜਿਹੜੀ ਸਜ਼ਾਏ ਮੌਤ ਦਿੱਤੀ ਗਈ ਸੀ, ਉਹ ਵੀ ਉਸ ਦੇ ਵਿੱਚ ਵੀ ਜਿਹੜੀ ਉਸ ਬੈਂਚ ਦੇ ਪ੍ਰੈਜ਼ਾਈਡਿੰਗ ਅਫਸਰ ਸਨ, ਉਹਨਾਂ ਨੇ ਆਪਣਾ ਨਿਰਣਾ ਅਸਹਿਮਤੀ ਵਾਲਾ ਦਿੱਤਾ ਸੀ। ਸਪਲਿਟ ਡਿਸੀਸ਼ਨ ਸੀ, ਸਹਿਮਤੀ ਨਹੀਂ ਸੀ, ਪਰ ਫਿਰ ਵੀ
ਕਾਨੂੰਨ ਦੇ ਮੁਤਾਬਕ ਉਹਨਾਂ ਦੇ ਉੱਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ। ਸ਼ਾਇਦ ਕੁਝ ਪੰਥਕ ਸੰਸਥਾਵਾਂ, ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਸੀ, ਪਰ ਕੀ ਉਹ ਐਲਾਨ ਅਮਲ ਦੇ ਵਿੱਚ ਆਉਂਦੇ ਹਨ ਜਾਂ ਕੇਵਲ ਇੱਕ ਐਲਾਨ ਤੱਕ ਹੀ ਰਹਿ ਜਾਂਦੇ ਹਨ। ਪਰ ਇਹ ਇੱਕ ਕਾਫੀ ਗੰਭੀਰ ਜਿਹੜੀ ਸੂਚਨਾ ਹੈ ਉਹ ਅਸੀਂ ਆਪ ਤੱਕ ਸਾਂਝੀ ਕਰਦੇ ਹਾਂ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨੀ ਤੋਂ ਡਿਪੋਰਟ ਕਰਕੇ ਹਿੰਦੁਸਤਾਨ ਭੇਜਿਆ ਗਿਆ ਸੀ ਔਰ ਉਹਨਾਂ ਦੇ ਉੱਤੇ ਜੋ ਐਲੀਗੇਸ਼ਨ ਸੀ, ਜੋ ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਮਨਿੰਦਰਜੀਤ ਸਿੰਘ ਬਿੱਟਾ ਉਹਨਾਂ ਦੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਸੋ ਇਹ ਪਹਿਲੀ ਖਬਰ ਹੈ। ਦੂਸਰੀ ਸੁਰਖੀ ਉਹ ਇਹ ਹੈ ਕਿ ਕੱਲ੍ਹ ਅਸੀਂ ਜਿਹੜੀ ਆਪ ਨੂੰ ਦੱਸਿਆ ਸੀ ਕਿ ਕਾਰਤਿਕਾ ਵਿਸ਼ਵਾਸ ਜਿਹੜੇ ਕਿ ਇੱਥੇ ਕੌਂਸਲ ਸਫਾਰਤਖਾਨੇ ਦੇ ਵਿੱਚ ਜੋ ਇੱਥੇ ਕੰਮ ਕਰਦੇ ਹਨ, ਉਹਨਾਂ ਦੀ ਬੇਟੀ ਹੈ, ਉਸ ਨੂੰ ਅਰੈਸਟ ਕੀਤਾ ਸੀ ਔਰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਹੈ, ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਹੈ। ਅੱਜ ਅਮਰੀਕਾ ਸਰਕਾਰ ਦੇ ਟੋਨਰ ਜਿਹੜੇ ਉਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਹਨ, ਉਹਨਾਂ ਨੇ ਐਲਾਨ ਕੀਤਾ ਹੈ ਕਿ ਐਸੀ ਕੋਈ ਵੀ ਛੋਟ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ, ਕੇਵਲ ਡਿਪਲੋਮੈਟਸ ਨੂੰ ਜਿਨ੍ਹਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਉਹਨਾਂ ਨੂੰ ਹੀ ਮਿਲਦੀ ਹੈ ਔਰ ਉਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਮਿਲਦੀ। ਸੋ ਇਹ ਹੁਣ ਇੱਕ ਕਾਨੂੰਨੀ ਇੱਕ ਲੰਬੀ ਪੇਚੀਦਾ ਲੜਾਈ, ਕਿਉਂਕਿ ਕਾਰਤਿਕਾ ਵਿਸ਼ਵਾਸ ਨੇ $15 ਲੱਖ ਦਾ ਮੁਕੱਦਮਾ ਹਰਜਾਨੇ ਦਾ ਦਾਅਵਾ ਅਮਰੀਕਾ ਸਰਕਾਰ ਦੇ ਉੱਤੇ ਕੀਤਾ ਹੈ। ਸੋ ਕੁਦਰਤੀ ਹੈ ਕਿ ਸਰਕਾਰ ਵੀ ਆਪਣੀ ਤਰਫੋਂ ਪੂਰੀ ਕਾਨੂੰਨੀ ਚਾਰਾਜੋਈ ਕਰੇਗੀ। ਤੀਸਰੀ ਦੁਖਦਾਈ ਖਬਰ ਹੈ ਕਿ ਇੱਕ ਮਰੀਜ਼ ਨੂੰ ਲੈ ਕੇ ਏਅਰ ਐਂਬੂਲੈਂਸ ਪਟਨਾ ਤੋਂ ਦਿੱਲੀ ਆ ਰਹੀ ਸੀ। ਉਹ ਹਾਦਸਾਗ੍ਰਸਤ ਜਹਾਜ਼ ਹੋ ਗਿਆ, ਜਿਸ ਵਿੱਚ ਕੈਪਟਨ ਹਰਪ੍ਰੀਤ ਸਿੰਘ ਸੇਖੋਂ ਜੋ ਕਿ 28 ਸਾਲ ਦੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਕੋ ਪਾਇਲਟ ਮਨਜੀਤ ਸਿੰਘ ਜਿਹੜੇ ਕਿ 25 ਸਾਲ ਦੇ ਸੀ ਔਰ ਮਨਜੀਤ ਸਿੰਘ ਦਾ ਪਿਤਾ DTC ਦਾ ਇੱਕ ਡਰਾਈਵਰ ਹੈ। ਉਸਨੇ ਸਾਰੀ ਮਿਹਨਤ ਕਰਕੇ ਉਸ ਨੂੰ ਨਿਊਜ਼ੀਲੈਂਡ ਭੇਜਿਆ ਸੀ ਔਰ ਪਾਇਲਟ ਦਾ ਲਾਇਸੈਂਸ ਦਵਾਇਆ, ਪਰ ਇਹ ਦੋਨੋਂ ਬੱਚੇ ਹਾਦਸਾਗ੍ਰਸਤ ਹੋ ਗਏ ਔਰ ਦੋਨਾਂ ਦੀ ਇਸ ਵਿੱਚ ਮੌਤ ਹੋ ਗਈ। ਇਹ ਦੁਖਦਾਈ ਖਬਰ ਹੈ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਸ ਦੇ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਮੁੱਖ ਮੁੱਦੇ ਦੇ ਉੱਤੇ ਆਪ ਨਾਲ ਗੱਲ ਕਰੀਏ ਜਾਂ ਹੋਰ ਵੀ ਜਿਹੜੇ ਕੋਈ ਖਾਸ ਮੁੱਦੇ ਹੋਣਗੇ ਆਪ ਨਾਲ ਸਾਂਝੇ ਕਰਾਂਗੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੱਦਾ ਪ੍ਰੋਗਰਾਮ ਵਿੱਚ ਵਕਫੇ ਦੇ ਬਾਅਦ ਮੁੜ ਨਿੱਘਾ ਸਵਾਗਤ ਹੈ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ, ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਸਾਡੀ ਬਹੁਤ ਹੀ ਸਤਿਕਾਰਿਤ ਔਰ ਮਾਣਯੋਗ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਮੌਜੂਦ ਹਨ ਔਰ ਉਹ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਗੱਲ ਬਹੁਤ ਛੋਟੀ ਹੈ ਪਰ ਬਹੁਤ ਗੰਭੀਰ ਹੈ। ਹਰ ਇਨਸਾਨ ਦੇ ਨਾਲ ਇਹ ਮਸਲਾ ਜੁੜਿਆ ਹੈ, ਪਰ ਜੇ ਤਾਂ ਇਹ ਇੱਕ ਐਸੀ ਅੱਗ ਹੈ, ਜੇ ਤਾਂ ਇਹ ਉਸ ਦੇ ਕਾਬੂ ਵਿੱਚ ਰਹੇ ਤਾਂ ਸਾਰੇ ਕੰਮ ਸਵਾਰਦੀ ਹੈ, ਤਾਂ ਸੰਸਾਰ ਨਾਲ ਸੰਬੰਧ ਵੀ ਪੈਂਦਾ ਹੈ, ਪਰ ਜੇਕਰ ਇਹ ਬੇਕਾਬੂ ਹੋ ਜਾਏ ਤਾਂ ਸਾਰੇ ਸਮਾਜ ਨੂੰ, ਆਪਣੇ ਆਪ ਨੂੰ, ਹਰ ਕਿਸੇ ਨੂੰ ਤਬਾਹ ਕਰਕੇ ਸਾੜ ਕੇ ਰੱਖ ਦਿੰਦੀ ਹੈ। ਮੇਰੀ ਮੁਰਾਦ ਜਿਹੜਾ ਇੱਥੇ ਮਸਲਾ ਅਮਰੀਕਾ ਦੀ ਧਰਤੀ ਦੇ ਉੱਤੇ IMF ਦੇ ਚੀਫ ਸਟਿਊਸ ਖਾਨ ਦੇ ਨਾਲ ਹੋਇਆ ਔਰ ਇਤਨੇ ਉੱਚ ਅਹੁਦੇ ਦੇ ਉੱਤੇ ਹੁੰਦਿਆਂ ਔਰ ਜਿਸ ਨੂੰ ਇਹ ਵੀ ਸਮਝ ਸੀ
कि अमरीका की धरती के उत्ते खास करके बाकी सारे जिहड़े गुनाह है वो नीवें हैं, वो छोटे हैं, पर किसी नाल अगर सैक्शुअल असॉल्ट अगर किसी नाल जबर जिना किया जाए वो इत्थे दा कानून बिल्कुल माफ़ नहीं करता और दहाकियां लंबी सज़ा दिंदा है। पर इंसान है किस वेले स्लिप कर जाए, क्योंकि पुराणक जेकर असी पढ़ीए तो भावें वो ब्रह्मा है, भावें इंद्र है, भावें वो ऋषि मुनि हैं, ब्रह्मचारी तो व्यभिचारी बनदियां समा नहीं लगता। इसे करके सिख की रोज़ की अरदास है कि इस काम क्रोध लोभ मोह हंकार तो बचाना। साडे लई बहुत माण की गल है सिंह साहब ज्ञानी रणजीत सिंह जी, जो कि बहुत ही गुरबाणी की जिन्होंने बहुत डूंगी समझ और पकड़ है, वो साडे नाल हन। सिंह साहब जी जस पंजाबी दे उत्ते आउण लई वाहिगुरू जी का खालसा वाहिगुरू जी की फतेह। सिंह साहब आप दी जिस तरह आप दी तबीयत है कि आप सारे दुनिया के तकरीबन हर खबर के उत्ते तिखी नज़र रखते हो और बहुत ही चेतनता वाली जिहड़ी आपकी नज़र है, ये जो आपने कांड देखा इसका कारण की है और इस विषय के उत्ते क्यों ये वाकई वाधा हो रहा है, क्योंकि इस वेले चर्च भी इस तो परेशान है, धार्मिक लोग भी परेशान है, कोई ऐसा शोभा नहीं, भावें वो गृहस्थी हैं, भावें वो कोई व्यापारी हैं या कोई धार्मिक व्यक्ति हैं या संत हैं या कोई होर जिहड़ा मर्जी है, वो रोज़ ही खबर आ जांदियां हैं कि फलाने दे नाल ये हो रहा है। इस की ये वाकई वाधा है या सानू लगता है इसका कारण की है, कि इसका कोई इलाज है या ये इस तरह ही चलेगा? इस दे बारे जे साडे दर्शकों नू, क्योंकि इत्थे बहुत खुल है, हर चीज़ की खुल है, पर इत्थे कानून भी बड़ा सख्त है, तो जे आप इस दे बारे आप दे की विचार हैं जे अगर दे सको गुरमत की रोशनी विच और आप दे अपने एक्सपीरियंस तो। एक तो जी जिहड़ा कानून की गल है वो तो भावें नरम होवे या सख्त होवे, लेकिन सानू गुरु साहब जी ने इस इन्हां वकारां तो बचन लई बहुत प्रेरणा दी। बार बार सानू गुरु साहब जी ने कहा कि ये सानू तबाह कर देंदे ने, साडी जिंदगी नू खत्म कर देंदे ने। काम क्रोध काया को गल है, ज्यों कंचन सुहागा टाले जी, जिवें सोने नू सुहागा टाल दिंदा इवें शरीर नू ये वकार गाल दिंदे ने। जे तुसीं इन्हां दे अधीन रह के अपनी जिंदगी बतीत करो जी, तो तजर्बा गुरु ग्रंथ साहब दे विचों यही मिलदा, इन पंचन मेरो मन जो बगारियो पल पल हर जी ते अंतर पारियो जी। ये परमात्मा नालों दूरी बनाई रखते हैं जी, मनुख नूं परमात्मा वाले पासे आउण नहीं देंदे जी। इन दूतन खल बद कर मारियो बड़ो नलज अजहू नहीं हारियो। ये मन हारदा नहीं बल्कि होर कारां दे विच खचत हुंदा जांदा जदों अपने मन नूं तुसीं ढिल दे दिंदे हो ते गुरु तो पासे कर लेंदे हो, गुरु की नज़र विच असीं नहीं रहिंदे या गुरु साहब की अगवाई नहीं कबूलदे, उदों फिर ये खुल के खेडदा। बल्कि लोचन सरमे बल बुद्ध नाठी ता काम पवस मदानी, जदों अखां चों पानी वगण लग पैंदा बल ते बुद्ध शरीर नूं छड्ड जांदे ने, उदों भी ये काम की मधानी शरीर चों निकलदी नहीं। ये ते केवल गुरु की किरपा, गुरु के शब्द की किरपा, सिख होवे ते गुरु का शब्द होवे, सिख की सुरत होवे गुरु का शब्द होवे, उन्हां दोवां दा संयोग बने ते तां असीं इन्हां बुराइयां तो बच सकदे हां। साडू ते इक्को ही एक साडे कोल इलाज सानू गुरु साहब ने बड़े चंगे ढंग नाल 240 साल का समा ला के कुर्बानियां करके एक सिद्धांत दिता जिहड़ा सानू परमात्मा वाले पासे रखदा जी। उस परमात्मा वाला पक्ष जिहड़ा वो बना के जिंदगी बतीत करनी चाहिदी आ, वरना कदी भी इस काम क्रोध लोभ मोह हंकार तो कदी भी सानू शोभा नहीं मिल सकदी। जे तुसीं गुरु दे अधीन अपना जीवन बतीत करोगे वकारां तो बच के, ते ये वकार तुहाडी सेवा करनगे जी, ते जे तुसीं इन्हां दे अधीन हो गए तुहानू बर्बाद कर देणगे जी। ते एक दिन वो समा आऊगा जदों लेखा लीजिए तिस क्यों पीड़ी, जे भावें समाज तो तुसीं बच जाओ, भावें इस दुनिया की नज़र ते उन्हां दे कानून तो बच जाओ, पर एक दिन ऐसा आउंदा जदों परमात्मा की दरगाह विच लेखा लीजिए तिल ज्यों पीड़ी, जिवें तिलां नूं पीड़ के तेल लिया जांदा जी जी जी। इस करके असीं ते महसूस करते हैं कि गुरु साहब ने जो सानू एक रास्ता दिता है उसनूं गुरु आशे अनुसार असीं जीविए। ज्ञान का बद्धा मन रहे गुरबिन ज्ञान ना होए। गुरु साहब जी की
ਬਾਣੀ ਦੇ ਨਾਲ, ਉਹਦੇ ਨਾਮ ਦੇ ਨਾਲ ਹੀ ਇਸ ਮਨ ਨੂੰ ਬੰਨ੍ਹ ਕੇ ਰੱਖਿਆ ਜਾ ਸਕਦਾ ਹੈ ਤੇ ਕਾਮ, ਕ੍ਰੋਧ, ਲੋਭ, ਅਹੰਕਾਰ ਵਰਗੀਆਂ ਬੁਰਾਈਆਂ ਤੋਂ ਬਚ ਕੇ। ਖਾਸ ਕਰਕੇ ਇਹਨਾਂ ਪੰਜਾਂ ਵਿੱਚੋਂ ਕਾਮ ਤੇ ਕ੍ਰੋਧ ਗੁਰੂ ਸਾਹਿਬ ਕਹਿੰਦੇ ਕਿ ਜ਼ਿਆਦਾ ਪ੍ਰਭਾਵ ਜੀਵਨ ਤੇ ਪਾਉਂਦੇ ਨੇ। ਜੀ ਜੀ। ਪਰ ਜਦੋਂ ਤੁਹਾਡੇ ਹੱਥ 'ਚ ਸ਼ਬਦ ਬਾਣ ਹੋਵੇ, ਦੋਹ ਮਿਲ ਕਾਰਜ ਉਪਜੇ, ਰਾਮ ਨਾਮ ਸੰਜੋਗ, ਸਾਧ ਮਿਲੇ ਸਿੱਧ ਪਾਈਏ ਕੇ ਜੋਗ ਕੇ ਭੋਗ, ਦੋਹ ਮਿਲ ਕਾਰਜ ਉਪਜੇ, ਰਾਮ ਨਾਮ ਸੰਜੋਗ। ਜਦੋਂ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਮਿਲਦੇ ਨੇ, ਸਫਲ ਜ਼ਿੰਦਗੀ ਦਾ ਮਕਸਦ ਉਦੋਂ ਪੂਰਾ ਹੁੰਦਾ। ਜੀ 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 ਜੀ। ਤੇ ਸਿੰਘ ਸਾਹਿਬ ਜੀ, ਜਿਹੜਾ ਇੱਕ ਸ਼ਾਇਦ ਇਸ ਤੋਂ ਪਹਿਲੇ ਇਹ ਵੀ ਇੱਕ ਪਰੰਪਰਾ ਰਹੀ ਕਿ ਬ੍ਰਹਮਚਾਰੀ ਜੀਵਨ ਬਤੀਤ ਕਰ ਲਓ, ਇਸਤਰੀ ਤਜ ਦਿਓ, ਇਸਤਰੀ ਤਜ ਕਰ ਕਾਮ ਵਿਆਪਿਆ ਦੀ ਗੱਲ ਜਿਹੜੀ ਕੀਤੀ, ਕੀ ਉਹ ਸੰਭਵ ਹੈ? ਇਸ ਤਰ੍ਹਾਂ ਦਾ ਹੋ ਸਕਦਾ ਹੈ ਇਸ ਚੀਜ਼ ਨੂੰ? ਨਹੀਂ, ਸਾਨੂੰ ਗੁਰੂ ਸਾਹਿਬ ਜੀ ਨੇ ਗ੍ਰਸਥ ਆਸ਼ਰਮ ਅਪਣਾਉਣ ਲਈ ਕਿਹਾ ਤੇ ਇਹ ਅਸਲ ਸਮਾਜ ਵਿੱਚ ਜਦੋਂ ਤੁਸੀਂ ਰਹਿਣਾ ਜੀ, ਪ੍ਰਮਾਣਯੋਗ ਜ਼ਿੰਦਗੀ ਇਸੇ ਤਰੀਕੇ ਨਾਲ ਤੁਸੀਂ ਬਤੀਤ ਕਰ ਸਕਦੇ ਹੋ। ਤੇ ਤਿਨੀ ਵਿੱਚੇ ਮਾਇਆ ਪਾਇਆ, ਮਾਇਆ ਦੇ ਵਿੱਚ ਰਹਿੰਦਿਆਂ ਸਾਨੂੰ ਉਦਾਸੀ ਮਿਲਦੀ ਹੈ, ਮਾਇਆ ਦੇ ਵਿੱਚ ਰਹਿੰਦਿਆਂ ਸਾਨੂੰ ਮੁਕਤੀ ਮਿਲਦੀ ਹੈ ਤੇ ਅਸੀਂ ਨਾਲ ਇਹਨਾਂ ਬੁਰਾਈਆਂ ਤੋਂ ਵੀ ਬਚੇ ਰਹਿੰਦੇ ਹਾਂ। ਸਮਾਜ ਦੇ ਵਿੱਚ ਪੂਰੀ ਬਰਾਬਰਤਾ ਤੇ ਸਨਮਾਨਯੋਗ ਤਰੀਕੇ ਨਾਲ ਆਪਣਾ ਸਮਾਜ ਦੇ ਵਿੱਚ ਜੀਵਨ ਬਤੀਤ ਕਰਦੇ ਆ। ਇਹ ਜਿਹੜੇ ਕਰਮ ਕਾਂਡ ਨੇ ਜਾਂ ਇਹ ਜਿਹੜੀਆਂ ਆਪਣੇ ਮਨ ਦੀਆਂ ਬਣਾਈਆਂ ਹੋਈਆਂ ਜਾਂ ਹੱਠ ਯੋਗ ਦੇ ਨਾਲ ਜੁਣਾ, ਜਿਹੜਾ ਸਾਨੂੰ ਗੁਰੂ ਸਾਹਿਬ ਨੇ ਵਰਤਿਆ ਕਿ ਤੁਸੀਂ ਇਸ ਤਰੀਕੇ ਨਾਲ ਸਫਲਤਾ ਹਾਸਲ ਨਹੀਂ ਕਰ ਸਕਦੇ। ਜੀ ਸਿੰਘ ਸਾਹਿਬ ਜੀ, ਦੋ ਸਵਾਲ ਹੋਰ ਹੈਗੇ ਆ, ਪਰ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਇੱਕ ਸਵਾਲ ਤਾਂ ਇਹ ਸੀ ਕਿ ਇਸ ਵਿਸ਼ੇ ਦੇ ਉੱਤੇ ਆਮ ਤੌਰ ਦੇ ਉੱਤੇ ਗੱਲ ਨਹੀਂ ਕੀਤੀ ਜਾਂਦੀ, ਇਸ ਨੂੰ ਓਹਲੇ ਕਰ ਲਿਆ ਜਾਂਦਾ ਹੈ, ਭਾਈ ਦੇ ਤੇ ਗੱਲ ਨਾ ਕਰੋ, ਕਿਧਰੇ ਬਹੁਤੀ ਚਰਚਾ ਨਹੀਂ ਕੀਤੀ ਜਾਂਦੀ। ਹਾਲਾਂਕਿ ਟੁੰਡੇ ਅਸਰਾਜੇ ਕੀ ਧੁਨੀ ਜਿਹੜੀ ਉਹ ਵੀ ਗੱਲ ਕਰ ਲਈ ਜਾਏ, ਯੂਸਫ ਜ਼ਲੈਖਾਂ ਦੀ ਕਰ ਲਈ ਜਾਏ, ਭਾਈ ਗੁਰਦਾਸ ਜੀ ਨੇ ਵੀ, ਗੁਰਬਾਣੀ ਨੇ ਵੀ ਉਹ ਸਾਰੇ ਹਵਾਲੇ ਦਿੱਤੇ। ਔਰ ਬੜੀ ਹੈਰਾਨੀ ਹੈ ਕਿ ਇਸ ਵਿਸ਼ੇ ਦੇ ਉੱਤੇ ਪੰਜਾਬੀ ਲਿਟਰੇਚਰ ਵਿੱਚ ਬਹੁਤ ਘੱਟ ਕਿਤਾਬਾਂ ਹੈ ਹੀ ਨਹੀਂ ਬਲਕਿ। ਔਰ 1930 ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਗ੍ਰਸਥ ਧਰਮ ਸਿੱਖਿਆ ਕਿਤਾਬ ਜਿਹੜੀ ਸੀ ਉਹ ਛਾਪੀ ਇਸ ਦੇ ਬਾਰੇ, ਔਰ ਬਹੁਤ ਆਚਰਣ ਦੀ ਉੱਚਤਾ ਬਖਸ਼ਣ ਵਾਲੀ ਕਿਤਾਬ ਹੈ। ਤੇ ਇੱਕ ਤਾਂ ਕਿਉਂ ਅਸੀਂ ਗੱਲ ਨਹੀਂ ਕਰਦੇ, ਦੂਸਰਾ ਕਿ ਕੀ ਇਹ ਵਾਧੇ ਤੇ ਹੈ ਔਰ ਜਾਂ ਵਾਕਈ ਸਾਨੂੰ ਲੱਗਦਾ ਹੈ? ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਇਹ ਅਗਰ ਆਪ ਜੀ ਇਹਨਾਂ ਦੋ ਬਾਰੇ ਸਾਨੂੰ ਅਗਵਾਈ ਦੇ ਸਕੋ ਜੀ। ਇੱਕ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੀ ਪ੍ਰਸੰਨਤਾ ਦੀ ਗੱਲ ਹੈ ਸਾਡੇ ਲਈ ਕਿ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਹਨ ਔਰ ਉਹਨਾਂ ਨੇ ਇਸ ਮਾਰੂ ਵਿਕਾਰ ਦੇ ਬਾਰੇ ਜਿਹੜੀਆਂ 4 ਬੱਜਰ ਕੁਰਹਿਤਾਂ ਵਿੱਚ ਵੀ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਸੱਚੇ ਪਾਤਸ਼ਾਹ ਨੇ ਜਿਸ ਨੂੰ 4 ਬੱਜਰ ਕੁਰਹਿਤਾਂ ਸ਼ਾਮਿਲ ਕਰਕੇ ਸਖਤ ਹਦਾਇਤ ਕੀਤੀ ਬਚਣ ਦੀ, ਉਹਦੇ ਬਾਰੇ ਗੱਲ ਕਰ ਰਹੇ ਹਨ। ਸੋ ਸਾਡਾ ਜਿਹੜੇ 2 ਸਵਾਲ ਸਨ ਕਿ ਇਹ ਕਿਉਂ ਵਾਧੇ ਤੇ ਹੈ, ਜਿਨ੍ਹਾਂ ਨੇ ਅਗਵਾਈ ਦੇਣੀ ਸੀ ਉਹੀ ਕਿਉਂ ਉਹਨਾਂ ਦੇ ਪੈਰ ਥਿੜਕ ਰਹੇ ਹੈ, ਤੇ ਇਸ ਦੇ ਬਾਰੇ ਸਿੰਘ ਸਾਹਿਬ ਜੀ ਆਪ ਨਾਲ ਜਾਣਕਾਰੀ ਸਾਂਝੀ ਕਰਨਗੇ। ਜੀ ਸਿੰਘ ਸਾਹਿਬ। ਹਾਂਜੀ, ਇਹ ਜੋ ਕੁਝ ਵੀ ਵਾਪਰਿਆ ਤੁਹਾਡੇ ਅਮਰੀਕਾ ਦੇ ਵਿੱਚ, ਇਹ ਤਕਰੀਬਨ ਹਰ ਸਮਾਜ ਦੇ ਵਿੱਚ, ਹਰ ਦੇਸ਼ ਦੇ ਵਿੱਚ ਇਹ ਗੱਲਾਂ ਵਾਪਰਦੀਆਂ ਨੇ। ਪਰ ਚੰਗੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਮਹਿਸੂਸ ਕਰ ਰਹੇ ਹੋ, ਬਾਹਰ ਦੇ ਲੋਕ ਬੈਠੇ, ਖਾਸ ਕਰਕੇ ਉਹ ਲੋਕ ਜਿਹੜੇ ਇਸ ਭਾਈਚਾਰੇ ਨਾਲ ਸੰਬੰਧਿਤ ਨੇ, ਮੈਂ ਸਮਝਦਾ ਇਹ ਬੜੀ ਚੰਗੀ ਗੱਲ ਹੈ। ਜਿਹੜੀ ਵੀ ਗਲਤੀ ਦੇ ਉੱਤੇ ਆਪਣੇ ਆਪ ਦਾ ਮੰਥਨ ਕਰਨਾ ਜਾਂ ਵਿਚਾਰ ਕਰਨਾ, ਬੜੀਆਂ ਚੰਗੀਆਂ ਗੱਲਾਂ ਨੇ। ਸਾਨੂੰ ਵੀ ਇਹੀ, ਅਸੀਂ ਇੱਥੇ ਕਾਂਡ ਹੁੰਦੇ ਨੇ ਬਹੁਤ, ਪਰ ਉਹਨੂੰ ਬੜਾ ਛੋਟਾ ਕਰਕੇ ਲੈਂਦੇ ਆ। ਪਰ ਇਹ ਸਮਾਜ ਦੇ ਵਿੱਚ ਬਹੁਤ ਵੱਡੀ ਬੁਰਾਈ ਆ ਜਿਹੜੀ ਜਿਹਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਤੇ ਸਾਡੇ ਵੀ ਇਹੀ ਖਾਸ ਕਰਕੇ ਇਹੀ ਕਮਜ਼ੋਰੀਆਂ ਨੇ। ਸਾਡਾ ਵੀ ਧਾਰਮਿਕ ਪੱਖ ਕਮਜ਼ੋਰ ਹੋਣ ਕਰਕੇ, ਅਧਿਆਤਮਕ ਪੱਖ ਕਮਜ਼ੋਰ ਹੋਣ ਕਰਕੇ ਇਹ ਬੁਰਾਈਆਂ ਜਿਹੜੀਆਂ ਸਾਨੂੰ ਦਿਸ ਰਹੀਆਂ ਨੇ ਉਹਨਾਂ ਘਰਾਂ 'ਚ ਜਿੱਥੋਂ ਅਸੀਂ ਆਸ ਨਹੀਂ ਰੱਖ ਸਕਦੇ। ਬਲਕਿ ਆਮ ਸਿੱਖ ਜਿਹੜਾ 10 ਨੌਆਂ ਦੀ ਕਿਰਤ ਕਰਦਾ ਤੇ ਬੱਚੇ ਪਾਲਦਾ, ਉਹਨਾਂ ਤੋਂ ਇਹਨਾਂ ਨੂੰ ਬਲਕਿ ਇਹਨਾਂ ਲੋਕਾਂ, ਜਿਹਨਾਂ ਲੋਕਾਂ ਨੇ ਲੁੱਟਿਆ, ਉਹੀ ਲੋਕ ਇਹ ਬੁਰਾਈਆਂ ਕਰਦੇ ਨੇ। ਤੇ
ਖਾਂਦੇ ਵੀ ਲੋਕਾਂ ਨੂੰ ਨੇ ਤੇ ਉਹ ਬੇੜਾ ਗਰਕ ਵੀ ਲੋਕਾਂ ਦਾ ਹੀ ਕਰਦੇ ਨੇ। ਬੁਰਾਈਆਂ ਸਾਡੇ 'ਚ ਵੀ ਨਜ਼ਰ ਆ ਰਹੀਆਂ ਨੇ। ਸਾਨੂੰ ਆਪਣੇ ਆਪ 'ਚ ਹਰੇਕ ਸਿੱਖ ਨੂੰ ਜਿਹੜਾ ਗੁਰਮਤਿ ਦੀ ਸਟੱਡੀ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ। ਧਾਰਮਿਕ ਸਟੱਡੀ ਤੋਂ ਬਿਨਾਂ ਅਸੀਂ ਇਹ ਸਮਝ ਨਹੀਂ ਪਾ ਸਕਦੇ ਕਿ ਕਿਹੜਾ ਧਾਰਮਿਕ ਆ, ਕਿਹੜਾ ਨਾਸਤਿਕ ਆ, ਕਿਹੜਾ ਗੁਰੂ ਘਰ ਨਾਲ ਜੋੜ ਰਿਹਾ, ਕਿਹੜਾ ਤੋੜ ਰਿਹਾ। ਬਲਕਿ ਸਾਨੂੰ ਤੇ ਆਪ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਕਿ ਗ੍ਰੰਥੀ ਕੋਲ ਜਾ ਕੇ ਤੁਸੀਂ ਆਪਣੀ ਸਮੱਸਿਆ ਦਾ ਹੱਲ ਪੁੱਛੋ ਜਾਂ ਤੁਸੀਂ ਕੁਝ, ਬਲਕਿ ਸੰਗਤ ਕਰਨ ਨੂੰ ਪ੍ਰੇਰਿਆ ਕਿ ਸੰਗਤ ਦੇ ਵਿੱਚ ਜਾਓ। ਸੰਗਤ ਦਾ ਗੁਣ ਬਹੁਤ ਅਧਿਕਾਈ ਤੇ ਊਚ ਇਹੋ ਉਪਕਾਰ ਸਾਧ ਸੰਗਤ ਮਿਟ ਜਾਤ ਵਿਕਾਰ। ਸੰਗਤ ਦੇ ਵਿੱਚ ਜਾਇਆ ਇਹ ਵਿਕਾਰ ਪਿੱਛਾ ਛੱਡ ਜਾਂਦੇ ਨੇ। ਇੱਥੇ ਸਾਨੂੰ ਗੁਰੂ ਸਾਹਿਬ ਨੇ ਇਹ ਕਿਤੇ ਨਹੀਂ ਕਿਹਾ ਕਿ ਤੁਸੀਂ ਇਸ ਮਹਾਂਪੁਰਸ਼ ਕੋਲ ਜਾਓ ਤਾਂ ਹੀ ਤੁਹਾਡਾ ਜੀਵਨ ਸਫਲਾ ਹੋਊ, ਬਲਕਿ ਗੁਰੂ ਸਾਹਿਬ ਨੇ ਗੁਰੂ ਸ਼ਬਦ ਦੇ ਦਿੱਤਾ ਤੇ ਸਿੱਖ ਨੂੰ ਕਿਹਾ ਕਿ ਆਪਣੀ ਸੁਰਤ ਦੇ ਵਿੱਚ ਇਹਨੂੰ ਵਸਾ ਤੇ ਸੁਰਤ ਤੇ ਗੁਰੂ ਦਾ ਸ਼ਬਦ ਜਿਹੜਾ ਉਹਨਾਂ ਦੋਵਾਂ ਦੇ ਸੰਯੋਗ ਦੇ ਨਾਲ ਸਾਡੀ ਅਵਸਥਾ ਚੇਂਜ ਆਉਂਦਾ। ਸਾਨੂੰ ਬੁਰਾਈਆਂ ਤੋਂ ਅਸੀਂ ਰੋਕਦੇ ਹਾਂ ਜਾਂ ਉਸ ਪਾਸਿਓਂ ਤੋਬਾ ਕਰਦੇ ਹਾਂ ਤਾਂ ਹੀ ਸਾਨੂੰ ਸੋਭਾ ਸਮਾਜ 'ਚ ਮਿਲ ਸਕਦੀ ਹੈ। ਸਾਨੂੰ ਗੁਰੂ ਸਾਹਿਬ ਜੀ ਨੇ ਖਾਸ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਲਈ ਬਾਰ-ਬਾਰ ਗੁਰੂ ਗ੍ਰੰਥ ਸਾਹਿਬ 'ਚ ਪ੍ਰੇਰਿਆ ਤੇ ਇੱਕ ਹਉਮੈ ਜਿਹੜੀ ਸਰੀਰ ਨੂੰ, ਜਿਹੜੀ ਸਾਡੀ ਆਤਮਾ ਨੂੰ ਪਰਮਾਤਮਾ ਤੋਂ ਦੂਰ ਰੱਖਦੀ ਆ, ਜਿਹੜੀ ਸਾਡੇ ਇਹ 5 ਵਿਕਾਰ ਸਰੀਰ ਕਰਕੇ ਸਾਨੂੰ ਵਿਕਾਰਾਂ 'ਚ ਖਚਤ ਕਰਕੇ ਬਰਬਾਦ ਕਰ ਦਿੰਦੇ ਨੇ। ਤੇ ਗੁਰੂ ਸਾਹਿਬ ਨੇ ਗੁਰਬਾਣੀ 'ਚ ਬੜਾ ਸਰਲ ਤਰੀਕੇ ਨਾਲ ਸਮਝਾਇਆ ਕਿ ਇਹ ਸੰਸਾਰ ਵਿਕਾਰ ਸਹਿੰਸੇ ਮੇ, ਸਰੀਰ ਕਰਕੇ ਵਿਕਾਰਾਂ 'ਚ, ਮਨ ਕਰਕੇ ਸਹਿੰਸੇ 'ਚ। ਤੋ ਇਹ ਤਰਿਓ ਬ੍ਰਹਮ ਗਿਆਨੀ, ਕੋਈ ਪ੍ਰਮਾਤਮਾ ਦੇ ਨਾਮ ਦਾ ਗਿਆਨ ਲੈ ਕੇ, ਉਹ ਬ੍ਰਹਮ ਦਾ ਗਿਆਨ ਲੈ ਕੇ ਇਸ ਸੰਸਾਰ ਤੋਂ ਅਸੀਂ ਕਰ ਸਕਦੇ ਹਾਂ। ਇਹਨਾਂ ਬੁਰਾਈਆਂ ਤੋਂ ਅਸੀਂ ਸੋਭਾ ਲੈ ਕੇ ਸਫਲਤਾ ਨਾਲ ਜੀਵਨ ਬਤੀਤ ਕਰਕੇ ਜਾ ਸਕਦੇ ਹਾਂ। ਤਾਂ ਸਾਨੂੰ ਸਾਡਾ ਸਿੱਖ ਦਾ ਹਿਰਦਾ ਸ਼ਬਦ ਦੇ ਨਾਲ ਸੁਧਰ ਸਕਦਾ ਹੈ ਤੇ ਸਰੀਰ ਵਿਕਾਰਾਂ ਤੋਂ ਸੇਵਾ ਨਾਲ ਬਚ ਸਕਦਾ। ਸਾਨੂੰ ਸੇਵਾ ਤੇ ਸਿਮਰਨ ਦੋਨੋਂ ਸਰੀਰ ਨੂੰ ਵਿਕਾਰਾਂ ਤੋਂ, ਮਨ ਨੂੰ ਸਹਿੰਸੇ ਚੋਂ ਕੱਢਦੇ ਨੇ ਤੇ ਇਸ ਪਾਸੇ ਵੱਲ ਸਾਰਾ ਸਾਡੀ ਜ਼ਿੰਦਗੀ ਜਿਹੜਾ ਉਹ ਧਿਆਨ ਹੈ। 10 ਨੌਆਂ ਦੀ ਕਿਰਤ ਤੋਂ ਬਾਅਦ ਅਧਿਆਤਮਕ ਪੱਖ ਜਿਹੜਾ ਗੁਰੂ ਦੇ ਗਿਆਨ ਨੂੰ ਹਾਸਲ ਕਰਨ ਲਈ, ਉਹਦਾ ਅਧਿਐਨ ਕਰਨ ਲਈ, ਉਹਦਾ ਅਭਿਆਸ ਕਰਨ ਲਈ ਲੱਗਣਾ ਚਾਹੀਦਾ। ਮੈਂ ਸਮਝਦਾ ਤਾਂ ਹੀ ਅਸੀਂ ਇਹਨਾਂ ਬੁਰਾਈਆਂ ਤੋਂ ਬਚ ਸਕਦੇ ਹਾਂ। ਸਿੰਘ ਸਾਹਿਬ ਜੀ, ਹਾਲਾਂ ਕਲਗੀਧਰ ਪਿਤਾ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਉਸ ਦੇ ਵਿੱਚ ਵੀ ਇਸ ਨੂੰ ਬਜਰ ਕੁਰੈਤ ਵਿੱਚ ਸ਼ਾਮਿਲ ਕੀਤਾ ਔਰ ਇਤਨਾ ਕੁਝ ਹੋਣ ਦੇ ਬਾਵਜੂਦ ਕਦੀ ਇਸ ਦੇ ਉੱਤੇ ਖੁੱਲ੍ਹ ਕੇ ਗੱਲ ਵੀ ਨਹੀਂ ਹੋ ਰਹੀ। ਕੋਈ ਸਾਡੇ ਏਜੰਡੇ ਤੇ ਜਿਵੇਂ ਇਹ ਗੱਲ ਹੈ ਹੀ ਨਹੀਂ, ਜਾਂ ਇਸ ਨੂੰ ਅਗਰ ਕਿਸੇ ਦੀ ਗੱਲ ਸੁਣ ਕੇ ਇਸ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ, ਚਲੋ ਠੀਕ ਹੈ, ਇਹ ਤੇ ਹੱਸ ਕੇ ਜਾਂ ਹਾਸੇ ਵਿੱਚ ਟਾਲ ਦਿੱਤਾ ਜਾਂਦਾ ਹੈ। ਇਹਦਾ ਕੀ ਕਾਰਨ ਹੈ? ਇਹਦਾ ਮਤਲਬ ਅਸੀਂ ਅਧਿਆਤਮਕ ਤੌਰ ਦੇ ਉੱਤੇ ਬਿਲਕੁਲ ਖਾਲੀ ਬਾਹਰੀ ਸਰੂਪ ਕਰਕੇ ਹੀ ਸਿੱਖ ਰਹਿ ਗਏ ਆ ਜਾਂ ਇਹਦਾ ਕੋਈ ਹੋਰ ਕਾਰਨ ਹੈ? ਅਸਲ 'ਚ ਗੱਲ ਉੱਥੇ ਹੀ ਆ ਜਾਂਦੀ ਜੀ, ਜਦੋਂ ਆਮ ਸਿੱਖ ਜਿਹੜਾ ਜਿੰਨੀ ਦੇਰ ਅਧਿਐਨ ਨਹੀਂ ਕਰਦਾ ਗੁਰਬਾਣੀ ਦਾ, ਉਨੀ ਦੇਰ ਤੱਕ ਇਸ ਬਹਿਸ ਵਿੱਚੋਂ ਅਸੀਂ ਜਿੱਤ ਨਹੀਂ ਸਕਦੇ। ਕਿਉਂਕਿ ਸਾਡੇ ਸਮਾਜ ਜਾਂ ਤੇ ਬਹੁਤ ਆਪਣੇ ਆਪ ਨੂੰ ਜ਼ਿਆਦਾ ਸ਼ਾਸਤਰ ਸਮਝਣ ਵਾਲੇ ਸਾਨੂੰ ਅਗਵਾਈ ਦੇ ਰਹੇ ਨੇ ਤੇ ਬਹੁਤ ਜ਼ਿਆਦਾ ਕਰਮਕਾਂਡੀ ਲੋਕ ਜਿਹੜੇ ਆ ਉਹ ਸਾਡੇ ਅੱਗੇ ਲੱਗੇ ਹੋਏ ਨੇ। ਅਸੀਂ ਸਾਡਾ ਆਪਣਾ ਗਿਆਨ ਨਾ ਹੋਣ ਕਰਕੇ ਅਸੀਂ ਕਿਸੇ ਫੈਸਲੇ ਤੇ ਟਿਕ ਨਹੀਂ ਪਾਉਂਦੇ। ਸਾਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭਾਗ ਮੁਖ ਜਨਮ ਬਗੋਇਆ, ਗੁਰਬਾਣੀ 'ਚ ਸ਼ਬਦ ਆਉਂਦਾ ਕਿ ਤੁਸੀਂ ਇੰਦਰੀਆਂ ਦੇ ਚਸਕਿਆਂ ਵਿੱਚ ਆਪਣਾ ਜੀਵਨ ਬਰਬਾਦ ਕਰ ਲਿਆ। ਇਸ ਤਰ੍ਹਾਂ ਦਸਮ ਪਾਤਸ਼ਾਹ ਨੇ ਵੀ ਸਾਨੂੰ ਖਾਸ ਕਰਕੇ ਇੱਕ ਕਿਰਦਾਰ ਉੱਚਾ ਰੱਖਣ ਲਈ, ਕਰੈਕਟਰ ਉੱਚਾ ਰੱਖਣ ਲਈ, ਆਪਣੇ ਅਖਲਾਕ ਉੱਚਾ ਰੱਖ ਕੇ ਜਿਉਣ ਲਈ ਸਾਨੂੰ ਪ੍ਰੇਰਿਆ ਤੇ ਉਹਨਾਂ ਨੇ ਆਪਣਾ ਜਿੰਨਾ ਵੀ ਫਲਸਫਾ ਉਹਨਾਂ ਦੇ ਜੀਵਨ ਦਾ, ਉਹਨਾਂ ਨੇ ਹਰ ਪੱਖ ਨੂੰ ਟੱਚ ਕਰਕੇ ਤੇ ਇਹ ਸਾਨੂੰ ਇੱਕ ਜੀਵਨ ਦੇ ਵਿੱਚ ਅਗਵਾਈ ਦਿੱਤੀ ਆ। ਉਸ ਅਗਵਾਈ ਨੂੰ ਅਸੀਂ ਤਾਂ ਹੀ ਕਬੂਲ ਕਰ ਸਕਦੇ ਹਾਂ ਜੇ ਅਸੀਂ ਗੁਰੂ ਦਾ ਗਿਆਨ ਹਾਸਲ ਕਰਾਂਗੇ। ਜਿਹੜਾ ਸਾਡੇ ਕੋਲ ਲਿਟਰੇਚਰ ਆ, ਅਸੀਂ ਇਹ ਖਾਸ ਕਰਕੇ ਜਿਹੜਾ ਸਾਡੇ ਪ੍ਰੋਬਲਮ ਜਿਹੜੀ ਆ ਰਹੀ ਆ, ਉਹ ਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਹੋਸੀ ਵੀ ਸੱਚ ਤੱਕ ਆ ਜਾਂ ਗੁਰਪ੍ਰਸਾਦ ਤੱਕ ਆ, ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਬਾਗਮਾਲਾ ਪਾਣੀ ਦਾ ਹਿੱਸਾ ਹੈ ਕਿ ਨਹੀਂ ਹਿੱਸਾ, ਅਸੀਂ ਇਹਨਾਂ ਗੱਲਾਂ ਤੇ ਲੜਾਈਆਂ ਦੇ ਵਿੱਚ ਆਪਣਾ ਜੀਵਨ ਵਿਅਰਥ ਕਰ ਲਿਆ ਤੇ ਇੱਕ ਤਮਾਸ਼ਾ ਬਣ ਕੇ ਦੁਨੀਆ ਲਈ ਰਹਿ ਗਏ। ਬਲਕਿ ਸਾਡੀ ਇੱਕ ਸੰਸਥਾ ਕਮਜ਼ੋਰ ਹੋਣ ਕਰਕੇ, ਇਹਨਾਂ ਅਕਾਲੀ ਭਾਈਆਂ ਦੀ ਮਿਹਰਬਾਨੀ ਕਰਕੇ, ਪੰਥ ਤੇ ਗ੍ਰੰਥ ਦਾ ਰਿਸ਼ਤਾ ਕਮਜ਼ੋਰ ਹੋਣ ਕਰਕੇ ਇੱਕ ਡਿਸੀਜਨ ਨਹੀਂ ਲੈ ਪਾ ਰਹੇ, ਇੱਕ ਮਰਿਆਦਾ ਤੇ ਪਹੁੰਚ ਨਹੀਂ ਰਹੇ। ਇੱਕ ਮਰਿਆਦਾ ਜਿਹੜੀ ਧੱਕੇ ਨਾਲ ਬਣਾ ਕੇ ਕੋਈ ਲਾਗੂ ਕਰੀ ਜਾ ਰਿਹਾ ਤੇ ਕੋਈ ਧੱਕੇ ਨਾਲ ਕਹੀ ਜਾ ਰਿਹਾ ਕਿ ਸਾਡੇ ਮਹਾਂਪੁਰਸ਼ਾਂ ਦੀ ਮਰਿਆਦਾ, ਇਸ ਬੁਰਾਈ ਚੋਂ ਅਸੀਂ ਨਿਕਲ ਨਹੀਂ ਪਾ ਰਹੇ। ਸਾਡਾ ਕੋਈ ਵੀ ਮੈਸੇਜ ਜਿਹੜਾ ਉਹ ਸਿੱਖ ਲੈਣ ਦਾਅਵਾ ਕਰਕੇ ਜਿਹੜਾ ਅਸੀਂ ਦੇ ਸਕਦੇ ਹਾਂ ਕਿ ਇਹ ਗੁਰੂ ਸਾਹਿਬ ਇਸੇ ਤਰੀਕੇ ਨਾਲ ਹੀ ਤੁਹਾਨੂੰ
ਸਮਝਾ ਸਕਦੇ ਜਾਂ ਇਸ ਹੁਕਮ ਨੂੰ ਤੁਸੀਂ ਗੁਰੂ ਦਾ ਹੁਕਮ ਸਮਝੋ, ਇਹ ਨਹੀਂ ਸਮਝਾ ਪਾ ਰਹੇ। ਨਾ ਹੀ ਉਹ ਸੰਸਥਾ ਅਸੀਂ ਰਹਿਣ ਦਿੱਤੀ ਜਿੱਥੋਂ ਇੱਕ ਸ਼ਰਧਾ ਤੇ ਭਾਵਨਾ ਦੇ ਨਾਲ ਮੈਸੇਜ ਲੈ ਕੇ ਦੂਸਰੇ ਚੀਜ਼ਾਂ ਨੂੰ ਨਕਾਰ ਸਕਣ। ਠੀਕ ਹੈ ਸਿੰਘ ਸਾਹਿਬ ਜੀ, ਅਖੀਰ ਦੇ ਵਿੱਚ ਸਿਰਫ ਇਹੀ ਕਹਿਣਾ ਬਣਦਾ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਵਲ ਬੇਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਗੁਰੂ ਬਖਸ਼ਿਸ਼ ਜੀ ਫਰਮਾਉਂਦੇ ਨੇ, ਪਾਪੀ ਹੀਏ ਮੈਂ ਕਾਮ ਵਸਾਏ, ਹਾਂਜੀ, ਚੰਚਲ ਮਨ ਯਾਦ ਤੇ ਗਹਿਓ ਨਾ ਜਾਏ। ਹਾਂਜੀ ਹਾਂਜੀ, ਬਾਰ-ਬਾਰ ਆਪਣੇ ਵਿਵੇਕ ਦੇ ਨਾਲ ਆਪਣੇ ਮਨ ਨੂੰ ਪਛਾਣ ਕੇ ਤੇਰੇ ਮਨ ਦੇ ਵਿੱਚ ਕੀ ਆ, ਜੀ ਤੇਰੇ ਮਨ 'ਚ ਤੇ ਕਾਮ ਵਸ ਰਿਹਾ ਤੇ ਤੂੰ ਪ੍ਰਮਾਤਮਾ ਨਾਲ ਕਿਵੇਂ ਮਿਲ ਸਕਦਾ, ਤਾਂ ਹੀ ਤੂੰ ਪ੍ਰਮਾਤਮਾ ਤੋਂ ਤੇ ਦੂਰੀ ਬਣੀ ਹੋਈ ਹੈ। ਜੀ ਜੀ, ਸਾਨੂੰ ਗੁਰੂ ਸਾਹਿਬ ਜੀ ਨੇ ਵਿਵੇਕ ਦੇ ਨਾਲ ਜਿੱਥੇ ਸੋ ਵਸਤ ਨਾ ਜਾਪੀ ਆਪਾ ਵਰਤੇ ਜਾਣ, ਤੂੰ ਸਮਝ ਲੈ ਤੇਰੇ ਅੰਦਰ ਹੰਕਾਰ ਵਰਤਦਾ ਜਿੱਥੇ ਤੈਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਮਿਲਦਾ, ਬਜਾਏ ਇਸ ਤੇ ਕਿ ਅਸੀਂ ਕਹੀਏ ਕਿ ਪ੍ਰਮਾਤਮਾ ਨੂੰ ਮਿਲਿਆ ਨਹੀਂ, ਅਸੀਂ ਇੰਨੇ ਪਾਠ ਕੀਤੇ, ਇੰਨੀ ਬੰਦਗੀ ਕੀਤੀ, ਸਾਡਾ ਇਹ ਕੰਮ ਨਹੀਂ ਸਹੁਰਿਆ। ਗਿਲੇ ਸ਼ਿਕਵੇ ਛੱਡ ਕੇ ਬੰਦਗੀ ਇਖਤਿਆਰ, ਸਹਿਬ ਰੋਸ ਧਰੇ ਕੇ ਪਿਆਰ। ਪਰਮਾਤਮਾ ਭਾਵੇਂ ਤੁਹਾਨੂੰ ਪਿਆਰ ਦੇਵੇ ਭਾਵੇਂ ਰੋਸ ਕਰੇ, ਤੁਸੀਂ ਬੰਦਗੀ ਕਰੋ, ਕਿਉਂਕਿ ਬੰਦਾ ਸੋ ਜੋ ਬੰਦਗੀ ਹੈ। ਜੀ 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 ਜੀ, ਠੀਕ ਹੈ। ਇਹ ਸਾਡਾ ਕੰਮ ਬੰਦਗੀ ਕਰਨਾ, ਪ੍ਰਮਾਤਮਾ ਦਾ ਕੰਮ ਸਾਨੂੰ ਫਲ ਦੇਣਾ। ਉਹ ਜਿਸ ਤਰ੍ਹਾਂ ਸਾਨੂੰ ਰਜ਼ਾ 'ਚ ਰੱਖ ਕੇ ਸਾਨੂੰ ਰਹਿਣਾ ਚਾਹੀਦਾ, ਪਰ ਅਸੀਂ ਗਿਆਨ ਲੈ ਕੇ, ਗੁਰੂ ਦਾ ਗਿਆਨ ਲੈ ਕੇ ਆਪਣਾ ਜੀਵਨ ਬਤੀਤ ਕਰੀਏ, ਇਹ ਸਾਡੀ ਸੋਚ ਹੋਣੀ ਚਾਹੀਦੀ ਹੈ। ਇਸ ਤੇ ਕੋਈ ਹੋਰ ਚੀਜ਼ ਭਾਰੂ ਨਹੀਂ ਹੋਣੀ ਚਾਹੀਦੀ। ਸਿੰਘ ਸਾਹਿਬ ਜੀ, ਆਪ ਦਾ ਸਮਾਂ ਦੇਣ ਲਈ, ਔਰ ਬਲਕਿ ਇਹ ਕਹਿ ਲਿਆ ਜਾਏ ਕਿ ਆਪ ਨੇ ਇੱਕ ਸੰਗਤ ਹੀ ਜਿਹੜੀ ਹੈ ਉਹ ਸਾਧ ਸੰਗਤ ਦੇ ਰੂਪ ਵਿੱਚ ਜਿਹੜਾ ਜੋ ਆਪਣੀ ਗੱਲ ਦੱਸੀ, ਆਪ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਬੁਨਿਆਦੀ ਇੱਕ ਸਵਾਲ ਦੇ ਉੱਤੇ ਬਹੁਤ ਡੂੰਘੇ ਵਿਚਾਰ ਦਿੱਤੇ, ਬਹੁਤ ਸਧਾਰਨ ਭਾਸ਼ਾ ਦੇ ਵਿੱਚ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ ਔਰ ਆਪਣੇ ਵਿਚਾਰ ਦੇ ਸਕਦੇ ਹੋ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਇਹ ਪੰਜ ਵਿਕਾਰ ਜੇ ਤਾਂ ਇਨਸਾਨ ਇਹਨਾਂ ਨੂੰ ਢਾਹ ਲਵੇ ਤਾਂ ਫਿਰ ਉਹ ਹਾਲਤ ਹੋ ਜਾਏਗੀ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਪਹਿਰ ਚੋਲਣਾ ਗਧਾ ਨਾਚੇ ਪੈਸਾ ਭਗਤ ਕਰਾਵੇ। ਨਹੀਂ ਤਾਂ ਫਿਰ ਇਹਨਾਂ ਨੇ ਸਰੀਰ ਨੂੰ ਢਾਹ ਲੈਣਾ, ਫਿਰ ਕਿਸੇ ਜੋਗਾ ਨਹੀਂ ਰਹਿਣਾ। ਸੋ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਪਾਸੋਂ ਆਪ ਨੇ ਇਸ ਵਿਸ਼ੇ 'ਤੇ ਵਿਚਾਰ ਸੁਣੇ। ਸਮਾਂ ਹੈ ਆਪ ਦੀਆਂ ਕਾਲਸ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਭਾਈ ਮੈਂ ਸਰਜੀਤ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਰਿਚਮੰਡ ਹਿੱਲ ਤੋਂ। ਹਾਂਜੀ, ਹੁਕਮ ਕਰੋ ਵੀਰ ਜੀ। ਹੁਕਮ ਨਹੀਂ, ਮੇਰੀ ਰਿਕਵੈਸਟ ਹੈ ਵੀ ਬਹੁਤ ਸੋਹਣਾ ਤੁਸੀਂ ਮੁੱਦਾ ਲੈ ਕੇ ਆਉਂਦੇ ਹੋ ਤੇ ਭਾਈ ਰਣਜੀਤ ਸਿੰਘ ਨੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ। ਜੀ ਜੀ, ਪਰ ਇਹਨਾਂ ਚੀਜ਼ਾਂ ਦਾ ਅਸਰ ਮੇਰੇ ਖਿਆਲ 'ਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਤੇ ਵੀ ਹੋਣਾ ਚਾਹੀਦਾ। ਗੁਰਬਾਣੀ ਦਾ ਕੋਈ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਸਿੱਖਾਂ ਦੇ ਇੱਕ ਲੀਡਰ ਨੇ ਜੀ, ਜਿਹੜੇ ਕਿ ਬੀਜੇਪੀ ਦੇ ਥੱਲੇ ਮੇਰੇ ਖਿਆਲ 'ਚ ਮੈਨੂੰ ਨਹੀਂ ਸਮਝ ਆਈ ਵੀ ਉਹ ਕਿਉਂ ਬੀਜੇਪੀ ਦੀ ਉਹ ਪਾਣੀ ਭਰਦੇ ਨੇ। ਮੈਂ ਤੇ ਸਮਝਦਾ ਨਹੀਂ ਇਸ ਚੀਜ਼ ਨੂੰ, ਪਰ ਤੁਹਾਡਾ ਮੁੱਦਾ ਬਹੁਤ ਹੀ ਵਧੀਆ ਹੈ ਔਰ ਬਹੁਤ ਹੀ ਸਰਾਹਣਯੋਗ ਹੈ। ਭਾਈ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ, ਇਹਨਾਂ ਉੱਤੇ ਹੀ ਸਾਡੇ ਲੀਡਰ ਨੂੰ ਵੀ ਚੱਲਣਾ ਚਾਹੀਦਾ ਜੀ, ਤੇ ਜਿਹੜੇ ਡੇਰਾਵਾਦ ਹੈ ਉਹ ਖਤਮ ਹੋਣਾ ਚਾਹੀਦਾ ਜੀ। ਜੀ ਜੀ, ਠੀਕ, ਮਿਹਰਬਾਨੀ ਤੁਹਾਡੇ ਮੁੱਦੇ ਦੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਏਦਾਂ ਦੇ ਮੁੱਦੇ ਤੁਸੀਂ ਰੋਜ਼ ਲਿਆਓ। ਠੀਕ ਹੈ ਸਿੰਘ ਸਾਹਿਬ ਜੀ, ਬੇਨਤੀ ਹੈ ਕਿ ਇਹ ਗੱਲ ਤੁਹਾਡੀ ਸਹੀ ਹੈ, ਪਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੈ, ਤੁਹਾਨੂੰ ਵੀ ਸਮਝ ਨਹੀਂ ਆਈ ਤੇ ਸਮਝ ਮੈਨੂੰ ਵੀ ਨਹੀਂ ਆਉਂਦੀ। ਅਸੀਂ ਗੱਲ ਜਿਹੜੀ ਮਰਜ਼ੀ ਕਰ ਲਈਏ, ਉਹ ਬਾਬਾ ਬਾਦਲ ਨੂੰ ਤੁਸੀਂ ਵਿੱਚ ਜ਼ਰੂਰ ਲੈ ਆਉਂਦੇ ਹੈਗੇ ਹੋ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਜਿਹਦਾ ਕੋਈ ਨਾ ਗੋਤਰ ਉਹਦਾ ਕੁਸ਼ਲ ਗੋਤਰ। ਐਨੀਵੇ, ਚਲੋ ਤੁਹਾਡੇ ਵਿਚਾਰ ਹੈ, ਮੁਬਾਰਕ। ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਦਲੀਪ ਸਿੰਘ ਸਿੱਧੂ ਬੋਲ ਰਿਹਾ ਜੀ। ਹਾਂਜੀ ਸਿੱਧੂ ਸਾਹਿਬ, ਹਾਂਜੀ ਜੀ, ਮੈਂ ਦਲੀਪ ਸਿੰਘ ਸਿੱਧੂ ਬੋਲ ਰਿਹਾ ਲਾਂਬਾ ਸਾਹਿਬ ਜੀ। ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਲਾਸ ਐਂਜਲਸ ਤੋਂ
जी सर, हुक्म करो। मैं लॉस एंजल्स ਤੋਂ ਬੋਲ ਰਿਹਾ हाँ जी, हाँ जी, बिल्कुल हुक्म करो, दसो की कहना चाहते। ਲਾਂਬਾ ਸਾਹਿਬ ਜਿਹੜੇ ਵੀ ਤੁਸੀਂ ਮੁੱਦੇ ਲੈ ਕੇ ਆਉਂਦੇ ਹੋ जी ਉਹ ਬਹੁਤ ਹੀ ਸੋਹਣੇ, ਬਹੁਤ ਹੀ ਅੱਛੇ ਲੈ ਕੇ ਆਉਂਦੇ ਹੋ जी ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੀ ਚੰਗੀ ਸਿਹਤ जी ਤੇ ਚੰਗੀ ਸੋਚ ਬਖਸ਼ੇ। ਜੋ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ ਬਹੁਤ ਹੀ ਅੱਛੀ ਕਰ ਰਹੇ ਹੋ जी जी ਤੇ ਤੁਸੀਂ ਮੇਰੇ ਤੋਂ ਪਹਿਲਾਂ ਕੋਈ ਸੱਜਣ ਬੋਲ ਰਹੇ ਸੀ, जी जी ਤੁਸੀਂ ਉੱਥੇ ਗੱਲ ਕੀਤੀ ਕਿ ਬਾਬਾ ਬਾਦਲ ਸਾਹਿਬ ਨੂੰ ਵਿੱਚ ਕਿਉਂ ਲੈ ਆਉਂਦੇ ਹੋ, ਹਰ ਗੱਲ 'ਚ ਲੈ ਕੇ ਆਉਂਦੇ ਹੋ। हाँ जी हाँ जी ਉਹਦਾ ਜਵਾਬ ਇੱਕ ਹੈ जी ਕਿ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। जी ਉਹਨਾਂ ਦਾ ਫਰਜ਼ ਹੈ ਲੀਡਰ ਹੋਣ ਦੇ ਨਾਤੇ ਜੀ ਕੌਮ ਨੂੰ ਸੇਧ ਦੇਣੀ, ਪ੍ਰਚਾਰ ਨੂੰ ਸੰਭਾਲਣਾ, जी ਰਸਤੇ ਪਈ ਹੋਈ ਨਵੀਂ ਪੀੜ੍ਹੀ ਨੂੰ ਰਸਤੇ ਤੇ ਸਮਝਾ ਕੇ ਲੈ ਕੇ ਆਉਣਾ। ठीक है ਇਸ ठीक है ਵਾਸਤੇ ਉਹਨਾਂ ਦਾ ਨਾਂ ਵਿੱਚ ਆ ਜਾਂਦਾ ਹੈ। ठीक है। मैं सिर्फ एक बेनती कर दिया ਹੁਣ ਅਗਰ ਤੁਸੀਂ ਆਗਿਆ ਦੇਵੋ, जी 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 ਮੈਂ नहीं नहीं ਇੱਕ ਤੁਹਾਨੂੰ ਨਿੱਜੀ ਸਵਾਲ ਪੁੱਛ ਲਵਾਂ। हाँ जरूर जी। ਅੱਛਾ, ਉਹ ਬੇਨਤੀ ਹੈ ਲਾਂਬਾ ਸਾਹਿਬ, ਤੁਸੀਂ ਕਿਸੇ ਵੇਲੇ ਦਿੱਲੀ ਵੀ ਰਹੇ ਹੋ? ਦਿੱਲੀ ਹਾਂਜੀ, ਆਪਾਂ ਬਾਅਦ ਵਿੱਚ ਗੱਲ ਕਰ ਲਾਂਗੇ ਟੈਲੀਫੋਨ ਦੇ ਉੱਤੇ, ਤੁਸੀਂ ਮੈਨੂੰ ਫੋਨ ਕਰ ਲੈਣਾ ਜ਼ਰੂਰ, ਮੈਂ ਆਪ ਜੀ ਨਾਲ ਸਾਂਝਾ ਕਰ ਲਾਂਗਾ। ਟੈਲੀਫੋਨ ਨੰਬਰ ਤੁਹਾਡਾ ਮੇਰੇ ਪਾਸ ਹੈ ਹਾਂ ਕੋਈ ਗੱਲ ਨਹੀਂ, ਸਟੂਡੀਓ ਦੇ ਉੱਤੇ ਕਰ ਲਓਗੇ, ਇਸੇ ਨੰਬਰ ਤੇ ਤੁਹਾਨੂੰ ਮਿਲ ਜਾਏਗਾ ਜੀ। ਬਹੁਤ ਬਹੁਤ ਧੰਨਵਾਦ। ਮਹਿਸੂਸ ਇਹ ਹੁੰਦਾ ਹੈ ਕਿ ਵੀ ਆਰ ਕਲਾਸ ਫੈਲੋਜ਼। ਓਕੇ ਥੈਂਕ ਯੂ। ਹੈਲੋ 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 ਹਾਂਜੀ ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਮੈਂ ਖਰਾ ਬੋਲਦਾ। ਹਾਂਜੀ ਹੁਕਮ ਕਰੋ ਵੀਰ ਜੀ ਖਹਿਰਾ ਸਾਹਿਬ। ਮੈਂ ਬਸ ਇਹੀ ਕਹਿਣਾ ਚਾਹੁੰਦਾ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ ਜੀ ਪਰ ਭਾਈ ਰਣਜੀਤ ਸਿੰਘ ਦੀ ਜਿਹੜੀ ਇਹ ਆਈ ਹੈ ਤੇ ਇਹ ਬੜੀ ਸਲਾਹਨਾਯੋਗ ਹੈ ਜੀ ਤੇ ਇਹਦੇ 'ਚ ਜਿੰਨੇ ਸਾਡੇ ਅਮਰੀਕਾ ਕੈਨੇਡਾ 'ਚ ਲੋਕ ਨੇ ਉਹਨਾਂ ਨੂੰ ਇਹਨਾਂ ਵੀ ਜ਼ਰੂਰ ਦੱਸੋ ਵੀ ਭਾਈ ਰਣਜੀਤ ਸਿੰਘ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਜੀ ਜੀ ਤੇ ਉਹਦਾ ਕਦੀ ਵੀ ਮੁੱਲ ਨਹੀਂ ਪਿਆ ਵੀ ਪਲੀਜ਼ ਜੀ ਕੀ ਰਿਹਾ ਜ਼ਿੰਦਗੀ 'ਚ ਜੀ ਉਹਦਾ ਮੁੱਲ ਸਿੰਘ ਜ਼ਰੂਰ ਪਾਣ ਵੀ ਇਹ ਉਹਨਾਂ ਨੇ ਜੋ ਉਹਨਾਂ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ। ਠੀਕ ਹੈ ਪਰ ਉਹਨਾਂ ਨੂੰ ਉਸ ਚੀਜ਼ ਦਾ ਇੱਕ ਛੋਟਾ ਜਿਹਾ 1 ਸਾਲ ਵਾਸਤੇ ਜਾਂ 2 ਸਾਲ ਵਾਸਤੇ ਜਥੇਦਾਰ ਬਣਾਇਆ ਗਿਆ ਜੀ ਲਾ ਦਿੱਤਾ ਗਿਆ। ਮੈਂ ਕੋਈ ਕਿਸੇ ਵੀ ਉਹਦੇ ਕੰਟਰੋਵਰਸੀ 'ਚ ਨਹੀਂ ਆਉਣਾ ਚਾਹੁੰਦਾ ਪਰ ਮੈਂ ਆਨਾ ਵੀ ਆਉਣ ਵਾਲੀ ਪੀੜ੍ਹੀ ਨੂੰ ਇਹ ਜ਼ਰੂਰ ਦੱਸੋ ਕਿ ਭਾਈ ਰਣਜੀਤ ਸਿੰਘ ਨੇ ਸਾਡੇ ਲਈ ਕੀਤਾ। ਜ਼ਰੂਰ ਜ਼ਰੂਰ ਦੱਸਾਂਗੇ। ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਰੋਸ਼ਨੀ ਬਿਜਲੀ ਦੀ ਬਹੁਤ ਚੰਗੀ ਲੱਗਦੀ ਹੈ, ਭਾਵੇਂ ਉਸ ਦੀ ਉਮਰ ਘੱਟ ਹੁੰਦੀ ਹੈ ਪਰ ਉਸ ਦੇ 'ਚ ਗਰਜ ਹੁੰਦੀ ਹੈ, ਚਮਕ ਹੁੰਦੀ ਹੈ ਜਿੰਨੀ ਦੇਰ ਹੁੰਦੀ ਹੈ। ਸਿੰਘ ਸਾਹਿਬ ਜਿੰਨੀ ਦੇਰ ਵੀ ਰਹੇ, ਸਿੰਘ ਸਾਹਿਬ ਬਤੌਰੇ ਜਥੇਦਾਰ ਦੇ, ਭਾਵੇਂ ਉਹ ਸਮਾਂ ਥੋੜ੍ਹਾ ਸੀ ਪਰ ਉਸ ਦੇ ਵਿੱਚ ਗਰਜ ਵੀ ਸੀ ਔਰ ਚਮਕ ਵੀ ਸੀ। ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਾਂ ਪਿਆਰਾ ਸਿੰਘ ਬੋਲਦਾ ਜੀ ਮਿਸੀਪੀ ਤੋਂ। ਹਾਂਜੀ ਪਿਆਰਾ ਸਿੰਘ ਜੀ ਹੁਕਮ ਕਰੋ। ਜ਼ਰੂਰੀ ਬੇਨਤੀਆਂ ਕਰਨੀਆਂ। ਪਹਿਲੀ ਬੇਨਤੀ ਹਾਂਜੀ ਆਪਣੇ ਆਤਮ ਵਿਚਾਰ ਦਿੰਦੇ ਗੁਰਮੁਖ ਪਿਆਰੇ ਜੀ, ਉਹ ਕਈ ਵਾਰੀ ਇਸ ਤਰ੍ਹਾਂ ਬੋਲ ਜਾਂਦੇ ਆ ਬਾਣੀ ਪੜ੍ਹਿਆ ਤੁਹਾਨੂੰ ਕੁਝ ਨਹੀਂ ਸਮਝ ਆਉਣੀ ਜੀ। ਇਹ ਜਿਹੜਾ ਬਾਣੀ ਪੜ੍ਹਿਆ ਤੇ ਸਮਝ ਆਉਂਦੀ ਹੈ ਜੀ ਤੇ ਟੈਲੀਵਿਜ਼ਨ ਤੇ ਇਹ ਕਹਿਣਾ ਸਿੱਖ ਸੰਗਤਾਂ ਨੂੰ ਇਹ ਬਾਣੀ ਪੜ੍ਹਿਆ ਕੁਝ ਨਹੀਂ ਸਮਝ ਆਉਂਦੀ, ਤੁਸੀਂ ਕਿਸੇ ਮਹਾਂਪੁਰਖ ਕੋ ਜਾਓ। ਜੀ ਇਹ ਤੁਸੀਂ ਆਪ ਸੁਣ ਲਿਓ, ਕਿਸੇ ਰਿਕਾਰਡਿੰਗ ਤੁਹਾਡੇ ਕੋਲ ਹੈਗੀ। ਅੱਛਾ ਇਹ ਬਿਲਕੁਲ ਗਲਤ ਇੰਪ੍ਰੈਸ਼ਨ ਹੈ। ਚਲੋ। ਬਾਣੀ ਪੜ੍ਹਿਆ ਕੋਈ ਸਮਝ ਨਹੀਂ ਆਉਣੀ। ਨਹੀਂ ਮੇਰੇ ਪ੍ਰੋਗਰਾਮ ਵਿੱਚ ਤੇ ਨਹੀਂ ਨਾ ਕਿਹਾ। ਨਹੀਂ ਤੁਹਾਡੇ ਨਹੀਂ, ਅੱਛਾ ਉਹਨਾਂ ਦੀ ਗੱਲ ਕਰ ਰਹੇ, ਉਹ ਸੁਧਾਰ ਹੋਣਾ ਚਾਹੀਦਾ। ਠੀਕ ਹੈ ਜੀ। ਜੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਕਹਿੰਦੇ ਜੀ ਟਾਈਮ ਹੈ ਨਹੀਂ। ਅੱਛਾ ਜੀ ਚਲੋ ਕੋਈ ਗੱਲ ਨਹੀਂ। ਹੋਰ ਦੱਸੋ। ਹਾਲੇ ਹੋਰ ਇੱਕ ਗੱਲ ਹੈ। ਹਾਂਜੀ ਜਿਹੜੀ ਅੱਜ ਬਦਰਕਾ ਦੀ ਗੱਲ ਸ਼ੁਰੂ ਹੋਈ ਹੈ ਹਾਂਜੀ ਇਹ ਸਾਨੂੰ ਪਤਾ ਹੈ ਜਦੋਂ ਖੰਡੇ ਬਾਟੇ ਦੀ ਪਹੁਲ ਛਕਾਈ ਜਾਂਦੀ ਹੈ ਉੱਥੇ ਰਹਿਤ ਮਰਿਆਦਾ ਦੀ ਕਰਾਈ ਜਾਂਦੀ ਤੇ ਕੁਰੇਤਾਂ ਤੇ ਜ਼ੋਰ ਦੇ ਕੇ ਜਿਹੜਾ ਉਹ ਸਮਝਾਇਆ ਜਾਂਦਾ। ਬਿਲਕੁਲ ਬਿਲਕੁਲ ਸਹੀ ਗੱਲ। ਦਾਸ ਨੂੰ ਇਹ ਸੇਵਾ ਕਰਨ ਦਾ 30 ਸਾਲ ਮੌਕਾ ਮਿਲਿਆ ਮੈਨੂੰ, ਇਸ ਗੱਲ ਦਾ ਗੁਰੂ ਨੇ ਗਿਆਨ ਬਖਸ਼ਿਆ। ਠੀਕ ਹੈ ਜੀ। ਬਹੁਤ ਬਹੁਤ ਹੋਇਆ ਕਿ ਇੱਥੇ ਕਹਿੰਦੇ ਇੱਕ ਦਿਨ ਕਹਿ ਰਿਹਾ ਸੀ ਉਹੀ ਸੱਜਣ ਇਹ ਤੁਸੀਂ ਪੰਜਾਂ ਤੋਂ ਕੀ ਲੈਣਾ, ਤੁਸੀਂ ਗੁਰੂਆਂ ਕੋਲ ਜਾਓ। ਹਾਂਜੀ 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 ਪਾਂਜੀ ਸਿੰਘ ਛਕਾਉਂਦੇ ਨਾ ਅੰਮ੍ਰਿਤਸਰ। ਹਾਂ ਹਾਂ ਉਹ ਕਹਿੰਦਾ ਪੰਜਾਂ ਕੋਲੋਂ ਕੀ ਲੈਣਾ। ਹਾਂ ਤੇ ਮਹਾਂਪੁਰਸ਼ ਬੈਠਾ ਸੀ ਉੱਥੇ ਸੰਗਤ ਵਿੱਚ ਜਾਓ। ਉਹ ਮਹਾਂਪੁਰਸ਼ ਕਿਹੜਾ ਹੈ? ਹਾਂਜੀ ਹਾਂਜੀ ਗੁਰੂ ਨਹੀਂ ਸਮਝਾ ਸਕਦਾ ਤੇ ਮਹਾਂਪੁਰਸ਼ ਸਮਝਾ ਸਕਦਾ ਸਿੱਖ ਨੂੰ। ਠੀਕ ਹੈ। ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਵਰ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਗੋਡਿਆਂ ਪਾਰ ਹੋ ਕੇ ਪੰਜਾਂ ਦੇ ਕੋਲ ਹੀ ਗਏ ਸੀ, ਉਸ ਤੋਂ ਬਿਨਾਂ ਕੋਈ ਛੁਟਕਾਰਾ ਨਹੀਂ। ਹੈਲੋ ਹੈਲੋ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਛਿੰਦਾ ਬੋਲਦਾ ਜੀ। ਹਾਂਜੀ ਛਿੰਦਾ ਜੀ ਹੁਕਮ ਕਰੋ, ਤੁਸੀਂ ਦੱਸੋ, ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਮੈਂ। ਮੇਰਾ ਬੱਚਾ ਜੀ, ਮੈਂ ਜੋ ਉਹਨਾਂ ਨੇ ਭਾਜੀ ਉਹਨਾਂ ਦੀਆਂ ਗੱਲਾਂ ਸੁਣੀਆਂ ਆਪਣੇ ਆਏ ਸੀ ਉਹ ਭਾਜੀ ਰਣਜੀਤ ਸਿੰਘ ਤੇ ਦੇਖੋ ਉਹਨਾਂ ਦੀਆਂ ਗੱਲਾਂ ਦੇਖੋ ਜੀ, ਇਸ ਤੋਂ ਪਤਾ ਲੱਗਦਾ ਕਿ ਜਿਹੜੀ ਭਗਤਾਂ ਦੀ ਚਾਲ ਨਿਰਾਲੀ। ਇਹ ਦੇਖੋ
ਇਹਨਾਂ 'ਚ ਕੀ ਫਰਕ ਆ ਤੇ ਜੋ ਇਸ ਟਾਈਮ ਪ੍ਰਧਾਨ ਵਾ ਗੁਰਦੁਆਰੇ ਦੇ ਉਹਨਾਂ 'ਚ ਕੀ ਫਰਕ ਆ? ਹਾਂਜੀ। ਇਹੀ ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਹੀ ਜੋ ਬਾਣੀ ਸਾਨੂੰ ਦੱਸਦੀ ਆ, ਬਾਣੀ ਨੂੰ ਸਾਨੂੰ ਵਿਚਾਰਨਾ ਚਾਹੀਦਾ ਤੇ ਸਮਝਣਾ ਚਾਹੀਦਾ। ਇਹ ਨਹੀਂ ਕਿ ਅਸੀਂ ਬਾਣੀ ਪੜ੍ਹੀ ਜਾਂਦੇ ਆਪਣੇ ਕੰਨ ਲਈ ਪੜ੍ਹੀ ਜਾਓ, ਕਰ ਲਿਆ 2 ਟਾਈਮ, ਹੁਣ ਨਿਤਨੇਮ ਕਰ ਲਿਆ, ਰਹਿਰਾਸ ਕਰ ਲਿਆ, ਉਹਨੂੰ ਅਸੀਂ ਸਮਝਿਆ ਨਹੀਂ ਕੀ ਕਹਿੰਦਾ ਸਾਨੂੰ ਉਹ। ਠੀਕ ਹੈ ਛਿੰਦਾ ਜੀ, ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਕੁਮਾਰ ਜੀ। ਹਾਂਜੀ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਸੀ ਜੀ। ਜੀ ਤੇ ਰਣਜੀਤ ਸਿੰਘ ਜੀ ਹੁਣ ਵਰਗੇ ਵਿਦਵਾਨ ਤੇ ਸਮਝ ਲਓ ਕਿ ਮੈਂ ਤਾਂ ਜਿੰਨੀ ਉਹਨਾਂ ਦੀ ਸ਼ਲਾਘਾ ਕਰਾਂ ਜੀ, ਤੇ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਇੱਕ ਸੱਚ ਤੇ ਸੱਚਾ ਬੱਚਾ ਆਈ ਮੀਨ ਜੀ ਉਹਨਾਂ ਨੇ ਕਹਿਣਾ ਤੇ ਕਟਨੀ ਤੇ ਕਰਨੀ ਵਾਲੇ ਇਨਸਾਨ। ਜੀ 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 ਤੇ ਉਹ ਛੋਟੇ ਜਿਹੇ ਸਮੇਂ ਦੇ ਉਹਨਾਂ ਨੇ ਦੱਸ ਦਿੱਤਾ ਕਿ ਸੱਚ ਬੋਲਣਾ ਜਿਹੜਾ ਠੀਕ ਹੈ। ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰਾਜ ਕੁਮਾਰ ਜੀ, ਸ਼ੁਕਰੀਆ। ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ ਮੈਂ ਗੁਰਦੇਵ ਸਿੰਘ ਕੰਗ ਵਰਜੀਨੀਆ ਤੋਂ ਬੋਲ ਰਿਹਾ। ਹਾਂਜੀ ਗੁਰਦੇਵ ਸਿੰਘ ਜੀ ਦੱਸੋ। ਹਾਂਜੀ ਮੈਂ ਕਈਆਂ ਦਿਨਾਂ ਤੋਂ ਤੁਹਾਡਾ ਇਹ ਮੁੱਦਾ ਪ੍ਰੋਗਰਾਮ ਦੇਖ ਰਿਹਾ ਜੀ। ਹਾਂਜੀ, ਪਰ ਮੈਂ ਇਸ ਗੱਲ ਤੋਂ ਬੜੀ ਨਿਰਾਸ਼ਾ ਆ ਰਹੀ ਹੈ ਕਿ ਕਿਸੇ ਵੀ ਕਾਲਰ ਨੇ ਅੱਜ ਤੱਕ ਇਹ ਨਹੀਂ ਆਖਿਆ ਕਿ ਜੋ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਜੀ ਉਹ ਉਨਾ ਚਿਰ ਪ੍ਰਚਲਿਤ ਰਹਿਣਾ ਜਿੰਨਾ ਚਿਰ ਸਿੱਖਾਂ ਕੋ ਆਪਣਾ ਦਰ ਘਰ ਨਹੀਂ ਹੈ। ਜੀ ਜੀ। ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਡਿਪੋਰਟ ਕਰਕੇ ਜੀ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ, ਉਹਨੂੰ ਬਹਾਲ ਰੱਖਿਆ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਨੇ ਵੀ। ਜੀ ਜੀ। ਪਰ ਜਿਹੜੇ ਦਿੱਲੀ ਦੇ ਵਿੱਚ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਉਹ ਵੀ ਇੰਡੀਅਨ ਸਿਟੀਜ਼ਨ ਦੇ ਕਾਤਲ ਸੀ ਜੀ, ਤੇ ਉਹਨਾਂ ਨੂੰ ਕਦੇ ਤੱਕ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਔਰ ਇਹ ਹਰ ਇੱਕ ਦੇ ਜੀ 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 ਹਰ ਇੱਕ ਦੇ ਜ਼ਿਹਨ ਵਿੱਚ ਹੈ ਔਰ ਹਰ ਇੱਕ ਨੂੰ ਇਸ ਦੀ ਪੀੜ ਹੈ। ਔਰ ਇਸ ਪ੍ਰੋਗਰਾਮ ਰਾਹੀਂ ਅਸੀਂ ਬੜੀ ਵਾਰ ਉਹਨਾਂ ਪੰਥਕ ਮੁੱਦਿਆਂ ਨੂੰ, ਮਸਲਿਆਂ ਨੂੰ ਅਸੀਂ ਆਪ ਨਾਲ ਸਾਂਝੇ ਕਰਦੇ ਹਾਂ। ਅਖੀਰ ਦੇ ਵਿੱਚ ਜਿਸ ਮੁੱਦੇ ਦੇ ਉੱਤੇ ਅਸੀਂ ਗੱਲ ਸ਼ੁਰੂ ਕੀਤੀ ਸੀ, ਗੁਰੂ ਸਾਹਿਬ ਨੇ ਜੋ ਸਾਨੂੰ ਆਦੇਸ਼ ਦਿੱਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 5 ਚੀਜ਼ਾਂ ਤੋਂ ਛੁਟਕਾਰਾ ਨਹੀਂ। ਪਰ ਕਾਮ ਅਗਰ ਸੰਸਾਰ ਨਾਲ ਸੰਬੰਧ ਸਥਾਪਿਤ ਕਰਨ ਦਾ ਸਾਧਨ ਬਣ ਜਾਏ, ਪੁੱਤੀ ਗੰਢ ਪਵੇ ਸੰਸਾਰ। ਅਗਰ ਕ੍ਰੋਧ ਜੋ ਹੈ ਅਗਰ ਵੀਰ ਰਸ ਵਿੱਚ ਪੈਦਾ ਹੋ ਜਾਏ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਵਾਲੀ ਗੱਲ ਅਗਰ ਆ ਜਾਏ, ਅਗਰ ਲੋਭ ਜੋ ਹੈ ਉਹ ਸੰਸਾਰ ਦੇ ਨਾਲ ਅਗਰ ਵਾਹਿਗੁਰੂ ਦੇ ਨਾਮ ਦਾ ਲਾਲਚ ਪੈ ਜਾਏ, ਉਹ ਕਦੀ ਤ੍ਰਿਪਤ ਨਾ ਹੋਵੇ, ਉਹ ਲੋਭ ਚਾਹੀਦਾ। ਮੋਹ ਜਿਹੜਾ ਨਿੱਜੀ ਪਰਿਵਾਰ ਔਰ ਪੁੱਤਰਾਂ ਤੋਂ ਹਟ ਕੇ ਅਗਰ ਉਹ ਸਾਰੇ ਸੰਸਾਰ ਨਾਲ ਏਤੀ ਮਾਰ ਪਈ ਕਰਲਾਣੇ ਤੇ ਕੀ ਦਰਦ ਨਾ ਆਇਆ, ਸਾਰੀ ਮਾਨਵਤਾ ਲਈ ਕਰਕ ਕਲੇਜੇ ਮਾਂ ਵਾਲੀ ਅਗਰ ਗੱਲ ਹੋ ਜਾਏ, ਕਾਮ, ਕ੍ਰੋਧ, ਲੋਭ, ਮੋਹ ਔਰ ਹੰਕਾਰ ਜਿਹੜਾ ਹੈ, ਜਿਵੇਂ ਜੱਲਣ ਨੇ ਕਿਹਾ ਸੀ, ਰੇ ਬਾਹਮਣ ਤੇਰੇ ਨਰਕ ਕੋ ਜੁੱਤੀ ਮਾਰੋ, ਮੈਂ ਨਾ ਮਰੋ ਮਰਬੋ ਸੰਸਾਰਾ, ਇਹ ਜਿਹੜੀ ਗੱਲ ਆ ਜਾਏ, ਔਰ ਸਭਨ ਕੋ ਜੀਵ 84 ਮਾਨਤ ਆਪ ਤਾਹੀਂ ਅਬਨਾਸ਼ੀ, ਇਹ ਹੰਕਾਰ ਨਹੀਂ, ਇੱਕ ਭਰੋਸਾ ਹੈ ਕਿ ਮੈਂ ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਹੇ ਉਚਰੋਂ। ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਬਦੀਲ ਕਰਨ ਦੀ ਲੋੜ ਹੈ, ਤਾਂ ਸਾਡਾ ਜਿਹੜਾ ਸਾਰਾ ਲੋਕ ਪਰਲੋਕ ਸਹਾਈ ਹੋ ਸਕਦਾ ਹੈ। ਤੁਹਾਡੇ ਲਈ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਾ, ਤੁਸੀਂ ਸਾਨੂੰ ਈਮੇਲ ਜ਼ਰੂਰ ਕਰਨਾ info@justpunjabi.com, lamba@justpunjabi.com ਦੇ ਉੱਤੇ। ਔਰ ਇੱਕ ਪ੍ਰੋਗਰਾਮ ਹੋਰ ਲੈ ਕੇ ਕੱਲ੍ਹ ਸ਼ਾਮ ਨੂੰ 8:30 ਵਜੇ ਈਸਟਰਨ ਟਾਈਮ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।